ਕੁਲਸੀਆਂ ਨੂੰ ਪੌਲੁਸ ਦੀ ਪੱਤਰੀ। ਇਹ ਪੌਲੁਸ ਦੁਆਰਾ ਯਿਸੂ ਦੀ ਜੀ ਉੱਠੇ ਪ੍ਰਭੂ ਵਜੋਂ ਘੋਸ਼ਣਾ ਕਰਨ ਦੇ ਕਾਰਨ ਹੋਈਆਂ ਕਈ ਸਾਰੀਆਂ ਕੈਦਾਂ ਵਿੱਚੋਂ ਇੱਕ ਦੇ ਦੌਰਾਨ ਲਿਖੀ ਗਈ ਸੀ। ਇਹ ਪੱਤਰੀ ਅਜਿਹੇ ਲੋਕਾਂ ਦੇ ਸਮੂਹ ਨੂੰ ਲਿਖੀ ਗਈ ਜਿਨ੍ਹਾਂ ਨੂੰ ਪੌਲੁਸ ਕਦੇ ਮਿਲਿਆ ਹੀ ਨਹੀਂ ਸੀ, ਜਿਨ੍ਹਾਂ ਨੇ ਅਜਿਹੇ ਕਲੀਸਿਆਈ ਸਮਾਜ ਦੀ ਸਥਾਪਨਾ ਕੀਤੀ ਜਿਸ ਦੀ ਸ਼ੁਰੂਆਤ ਉਸਨੇ ਨਹੀਂ ਕੀਤੀ ਸੀ। ਕੁਲਸੇ ਵਿੱਚ ਇਸ ਕਲੀਸਿਆ ਦੀ ਸ਼ੁਰੂਆਤ ਪੌਲੁਸ ਦੇ ਇੱਕ ਸਾਥੀ ਦੁਆਰਾ ਕੀਤੀ ਗਈ ਜਿਸ ਦਾ ਨਾਮ ਇਪਫਰਾਸ ਹੈ, ਜੋ ਅਸਲ ਵਿੱਚ ਉਸੇ ਸ਼ਹਿਰ ਦਾ ਸੀ। ਇਪਫਰਾਸ ਹਾਲ ਹੀ ਵਿੱਚ ਜੇਲ੍ਹ ਵਿੱਚ ਪੌਲੁਸ ਨੂੰ ਮਿਲਣ ਆਇਆ ਅਤੇ ਉਸਨੇ ਉਸ ਨੂੰ ਖਬਰ ਦਿੱਤੀ ਕਿ ਕੁਲਸੀਆ ਦੇ ਵਿਸ਼ਵਾਸੀ ਕਿੰਨਾ ਵਧੀਆ ਕੰਮ ਕਰ ਰਹੇ ਹਨ, ਪਰ ਉਸਨੇ ਕੁਝ ਸੱਭਿਆਚਾਰਕ ਦਬਾਅ ਦਾ ਵੀ ਜ਼ਿਕਰ ਕੀਤਾ ਜੋ ਉਹਨਾਂ ਨੂੰ ਯਿਸੂ ਤੋਂ ਪਿੱਛੇ ਹਟਣ ਲਈ ਸਤਾਉਂਦੇ ਹਨ। ਇਸ ਲਈ ਪੌਲੁਸ ਨੇ ਇਹ ਪੱਤਰੀ ਕੁਲਸੀਆ ਨੂੰ ਉਹਨਾਂ ਮੁੱਦਿਆਂ ਉੱਤੇ ਸੰਬੋਧਿਤ ਕਰਨ ਅਤੇ ਉਤਸ਼ਾਹਿਤ ਕਰਨ ਲਈ ਲਿਖੀ ਜੋ ਇਪਫਰਾਸ ਨੇ ਉਠਾਏ ਸਨ, ਅਤੇ ਫਿਰ ਉਹਨਾਂ ਨੂੰ ਯਿਸੂ ਪ੍ਰਤੀ ਵਧੇਰੇ ਸਮਰਪਣ ਲਈ ਚੁਣੌਤੀ ਦਿੱਤੀ। ਪੱਤਰੀ ਦੀ ਰਚਨਾ ਅਤੇ ਇਸ ਦੀ ਵਿਚਾਰਧਾਰਾ ਨੂੰ ਸਮਝਣਾ ਬਹੁਤ ਆਸਾਨ ਹੈ। ਆਰੰਭ ਦੀਆਂ ਗੱਲਾਂ ਦਾ ਮੁੱਖ ਵਿਸ਼ਾ ਉੱਤਮ ਮਸੀਹ ਹੈ। ਅੱਗੇ ਪੌਲੁਸ ਇਹ ਦੱਸਦਾ ਹੈ ਕਿ ਉਸ ਦਾ ਕੈਦ ਵਿੱਚ ਦੁੱਖ ਉਠਾਉਣਾ ਉਸ ਉੱਚੇ ਕੀਤੇ ਗਏ ਮਸੀਹ ਲਈ ਹੈ, ਅਤੇ ਫਿਰ ਉਹ ਦਬਾਅ ਬਾਰੇ ਗੱਲ ਕਰਦਾ ਹੈ ਜੋ ਕੁਲਸੀਆਂ ਦੇ ਲੋਕਾਂ ਨੂੰ ਯਿਸੂ ਤੋਂ ਪਿੱਛੇ ਹਟਣ ਲਈ ਪਰਤਾਵੇ ਵਿੱਚ ਪਾਉਂਦਾ ਹੈ। ਇਸ ਤੋਂ ਬਾਅਦ ਉਹ ਨਵੇਂ ਜੀਵਨ ਦੇ ਮਾਰਗ ਦੀ ਗੱਲ ਕਰਦਾ ਹੈ ਜੋ ਯਿਸੂ ਦੇ ਜੀ ਉੱਠਣ ਦੇ ਕਾਰਨ ਉਹਨਾਂ ਲਈ ਖੋਲ੍ਹਿਆ ਗਿਆ। ਇਸ ਲਈ ਪੱਤਰੀ ਦਾ ਆਰੰਭ ਦੋ ਪ੍ਰਾਰਥਨਾਵਾਂ ਨਾਲ ਹੁੰਦਾ ਹੈ। ਪੌਲੁਸ ਸਭ ਤੋਂ ਪਹਿਲਾਂ ਪਰਮੇਸ਼ਵਰ ਦਾ ਧੰਨਵਾਦ ਕਰਦਾ ਹੈ ਕਿ ਉਸਨੇ ਇਪਫਰਾਸ ਤੋਂ ਜਾਣਿਆ ਕਿ ਕੁਲਸੀਆਂ ਦੇ ਵਾਸੀ ਯਿਸੂ ਲਈ ਪੂਰੇ ਵਿਸ਼ਵਾਸਯੋਗ ਹਨ। ਉਹ ਪਰਮੇਸ਼ਵਰ ਅਤੇ ਆਪਣੇ ਗੁਆਂਢੀਆਂ ਪ੍ਰਤੀ ਪਿਆਰ ਦਾ ਪ੍ਰਗਟਾਵਾ ਕਰਦੇ ਹਨ। ਇਹ ਸਭ ਉਸ ਉਮੀਦ ਦੇ ਕਾਰਨ ਜੋ ਯਿਸੂ ਕੋਲ ਉਹਨਾਂ ਦੀ ਨਵੀਂ ਸ੍ਰਿਸ਼ਟੀ ਵਿੱਚ ਹੈ, ਅਤੇ ਉਹ ਉਹਨਾਂ ਲਈ ਪ੍ਰਾਰਥਨਾ ਕਰਦਾ ਹੈ ਕਿ ਉਹ ਗਿਆਨ ਅਤੇ ਸਮਝ ਨਾਲ ਯਿਸੂ ਦੀ ਪਛਾਣ ਵਿੱਚ ਵੱਧਦੇ ਜਾਣ। ਫਿਰ ਪੌਲੁਸ ਇੱਕ ਕਾਵਿ ਨੂੰ ਪੇਸ਼ ਕਰਦਾ ਹੈ ਜੋ ਕੁਲਸੀਆਂ ਦੇ ਲੋਕਾਂ ਅਤੇ ਸਾਨੂੰ ਵੀ ਅਜਿਹਾ ਕਰਨ ਵਿੱਚ ਸਹਾਇਕ ਹੋਵੇ। ਇਹ ਪਹਿਲੇ ਅਧਿਆਇ ਦਾ ਮੁੱਖ ਹਿੱਸਾ ਹੈ, ਸਲੀਬ ਤੇ ਚੜਾਏ ਗਏ ਉੱਚੇ ਕੀਤੇ ਗਏ ਮਸੀਹ ਬਾਰੇ ਇੱਕ ਕਾਵਿ। ਇਸ ਦੇ ਦੋ ਸਮਾਂਤਰ ਸ਼ਲੋਕ ਹਨ ਅਤੇ ਇਹ ਉਤਪਤ ਅਤੇ ਕੂਚ, ਜਬੂਰਾਂ ਅਤੇ ਕਹੋਤਾਂ ਦੀਆਂ ਪੁਸਤਕਾਂ ਦੀ ਭਾਸ਼ਾ ਅਤੇ ਰੂਪਕ ਨਾਲ ਭਰੇ ਹੋਏ ਹਨ। ਪਹਿਲਾ ਸ਼ਲੋਕ ਦੱਸਦਾ ਹੈ ਕਿ ਕਿਵੇਂ ਯਿਸੂ ਹੀ ਪਰਮੇਸ਼ਵਰ ਦਾ ਸੱਚਾ ਸਰੂਪ ਹੈ। ਉਸ ਵਿੱਚ ਪਰਮੇਸ਼ਵਰ ਦਾ ਸੁਭਾਅ ਅਤੇ ਉਦੇਸ਼ ਦੇਹੀ ਵਿੱਚ ਵਾਸ ਕਰਦਾ ਹੈ। ਉਹ ਪਲੋਠਾ ਹੈ, ਯਿਸੂ ਲਈ ਪੁਰਾਣੇ ਨੇਮ ਦਾ ਸਭ ਤੋਂ ਪ੍ਰਚਲਿਤ ਨਾਮ ਜੋ ਸਾਰੀ ਸ੍ਰਿਸ਼ਟੀ ਉੱਤੇ ਸ਼ਾਹੀ ਇਖਤਿਆਰ ਨੂੰ ਦਰਸਾਉਂਦਾ ਹੈ। ਉਹ ਇੱਕ ਸੱਚੇ ਸਿਰਜਣਹਾਰ ਪਰਮੇਸ਼ਵਰ ਵਿੱਚ ਸਹਿਭਾਗੀ ਹੈ ਅਤੇ ਉਸ ਦੇ ਦੁਆਰਾ ਸਾਰੀਆਂ ਦਿਸਣ ਵਾਲੀਆਂ ਨਾਲੇ ਨਾ ਦਿਸਣ ਵਾਲੀਆਂ ਸਾਰੀਆਂ ਸ਼ਕਤੀਆਂ ਅਤੇ ਅਧਿਕਾਰ ਆਤਮਕ ਅਤੇ ਸੰਸਾਰਿਕ ਵਸਤਾਂ ਦੀ ਰਚਨਾ ਹੋਈ। ਮਸੀਹ ਯਿਸੂ ਵਿੱਚ ਹੀ ਅਸੀਂ ਸ੍ਰਿਸ਼ਟੀਕਰਤਾ ਅਤੇ ਸਾਰੀ ਰਚਨਾ ਦੇ ਪਾਤਸ਼ਾਹ ਨੂੰ ਵੇਖਦੇ ਹਾਂ, ਅਤੇ ਇਸ ਤਰ੍ਹਾਂ ਦੂਸਰੇ ਸ਼ਲੋਕ ਵਿੱਚ ਅਸੀਂ ਵੇਖਦੇ ਹਾਂ ਕਿ ਉਹੀ ਹੈ ਜੋ ਇੱਕ ਨਵੀਂ ਸ੍ਰਿਸ਼ਟੀ ਦੀ ਰਚਨਾ ਕਰਨ ਵਾਲਾ ਹੈ। ਉਹ ਇੱਕ ਨਵੀਂ ਦੇਹ ਦਾ ਸਿਰ ਹੈ ਜੋ ਯਿਸੂ ਦੇ ਲੋਕਾਂ ਨੂੰ ਦਰਸਾਉਂਦਾ ਹੈ ਜਿਨ੍ਹਾਂ ਨੇ ਨਵੀਂ ਮਨੁੱਖਤਾ ਨੂੰ ਪ੍ਰਾਪਤ ਕੀਤਾ ਹੈ, ਜੋ ਉਸ ਦੇ ਆਪਣੇ ਜੀ ਉੱਠਣ ਦਾ ਪ੍ਰਤੀਕ ਹੈ। ਉਸ ਵਿੱਚ ਪਰਮੇਸ਼ਵਰ ਦੀ ਹੈਕਲ ਦੀ ਸ਼ਾਨਦਾਰ ਹਜ਼ੂਰੀ ਵਾਸ ਕਰਦੀ ਹੈ, ਅਤੇ ਇਸ ਲਈ ਯਿਸੂ ਦੇ ਮੌਤ ਅਤੇ ਜੀ ਉੱਠਣ ਦੁਆਰਾ ਪਰਮੇਸ਼ਵਰ ਨੇ ਆਪਣੇ ਆਪ ਨੂੰ ਮਨੁੱਖਤਾ, ਸਾਰੀ ਰੂਹਾਨੀ ਸ਼ਕਤੀਆਂ, ਸਾਰੀ ਸ੍ਰਿਸ਼ਟੀ ਨਾਲ ਮੇਲ ਕਰਾਇਆ ਹੈ। ਇਹ ਇੱਕ ਅਦਭੁਤ ਕਾਵਿ ਹੈ, ਅਤੇ ਜਦ ਉਸ ਇਸ ਪੱਤਰੀ ਨੂੰ ਅੱਗੇ ਲਿਖਦਾ ਹੈ, ਪੌਲੁਸ ਇਸ ਵੱਲ ਵਾਰ-ਵਾਰ ਇਸ਼ਾਰਾ ਕਰਦਾ ਹੈ। ਉਹ ਪਹਿਲਾਂ ਦੱਸਦਾ ਹੈ ਕਿ ਕਿਵੇਂ ਇਸ ਕਵਿਤਾ ਦੀ ਸੱਚਾਈ ਉਸ ਦੀ ਜੇਲ੍ਹ ਵਿੱਚ ਦੁੱਖ ਝੱਲਣ ਦੇ ਅਨੁਭਵ ਨੂੰ ਬਦਲਦੀ ਹੈ। ਉਸ ਨੂੰ ਇਸੇ ਗੱਲ ਦੀ ਸਜ਼ਾ ਮਿਲੀ ਸੀ ਕਿਉਂ ਜੋ ਯੂਨਾਨੀਆਂ ਅਤੇ ਰੋਮ ਦੇ ਵਾਸੀਆਂ ਨੂੰ ਇਹ ਪ੍ਰਚਾਰ ਕਰ ਰਿਹਾ ਸੀ ਕਿ ਯਿਸੂ ਹੀ ਜੀ ਉੱਠਿਆ ਪ੍ਰਭੂ ਅਤੇ ਸਭਨਾਂ ਦਾ ਰਾਜਾ ਹੈ, ਅਤੇ ਇਸ ਲਈ ਉਹ ਸੋਚਦਾ ਹੈ ਕਿ ਉਸ ਦਾ ਇਹ ਦੁੱਖ ਸਹਿਣਾ ਹਾਰ ਦਾ ਸੰਕੇਤ ਨਹੀਂ ਹੈ। ਇਹ ਅਸਲ ਵਿੱਚ ਉਸ ਦਾ ਯਿਸੂ ਦੇ ਦੁੱਖਾਂ ਵਿੱਚ ਭਾਗੀਦਾਰ ਹੋਣ ਦਾ ਤਰੀਕਾ ਸੀ, ਅਤੇ ਇਸ ਲਈ ਉਸ ਦੀਆਂ ਕਠਿਨਾਈਆਂ ਅਸਲ ਵਿੱਚ ਖੁਸ਼ੀ ਦਾ ਕਾਰਨ ਸਨ। ਉਹ ਹੈਰਾਨ ਕਰਨ ਵਾਲੀ ਖੁਸ਼ਖਬਰੀ ਲਈ ਕੈਦ ਵਿੱਚ ਹੈ ਕਿ ਇਸਰਾਇਲ ਦਾ ਜੀ ਉੱਠਿਆ ਮਸੀਹਾ ਇੱਕ ਨਵਾਂ ਬਹੁਜਾਤੀ ਘਰਾਣਾ ਤਿਆਰ ਕਰ ਰਿਹਾ ਹੈ, ਅਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਬਣਾ ਰਿਹਾ ਹੈ। ਜਿਵੇਂ ਈਸ਼ਵਰੀ ਮਹਿਮਾ ਯਿਸੂ ਵਿੱਚ ਵਾਸ ਕਰਦੀ ਸੀ, ਉਸੇ ਤਰ੍ਹਾਂ ਯਿਸੂ ਆਪਣੇ ਅੰਤਰਰਾਸ਼ਟਰੀ ਪਰਿਵਾਰ ਵਿੱਚ ਅਤੇ ਉਸ ਦੇ ਵਿਚਕਾਰ ਵਾਸ ਕਰਦਾ ਹੈ। ਜਾਂ ਜਿਵੇਂ ਪੌਲੁਸ ਕਹਿੰਦਾ ਹੈ, ਮਸੀਹ ਤੁਹਾਡੇ ਵਿੱਚ ਸਾਰੇ ਪ੍ਰਤਾਪ ਦੀ ਆਸ ਹੈ। ਪੌਲੁਸ ਫਿਰ ਸੱਭਿਆਚਾਰਕ ਦਬਾਅ ਨੂੰ ਸੰਬੋਧਿਤ ਕਰਦਾ ਹੈ ਜੋ ਕੁਲਸੀਆਂ ਨੂੰ ਯਿਸੂ ਤੋਂ ਦੂਰ ਹੋਣ ਲਈ ਬੇਬਸ ਕਰ ਰਹੇ ਸਨ। ਉਹਨਾਂ ਦਾ ਟਕਰਾਵ ਰਹੱਸਵਾਦੀ ਬਹੁ ਈਸ਼ਵਰਵਾਦ ਨਾਲ ਸੀ, ਅਤੇ ਇਸ ਦੇ ਨਾਲ ਤੁਰੇਤ ਦੇ ਨਿਯਮਾਂ ਦੀ ਪਾਲਣਾ ਕਰਨ ਦਾ ਦਬਾਅ ਵੀ ਸੀ। ਇਹ ਸਾਰੇ ਨਵੇਂ ਮਸੀਹੀ ਵੱਖ-ਵੱਖ ਯੂਨਾਨੀਆਂ ਅਤੇ ਰੋਮੀ ਦੇਵਤਿਆਂ ਦੀ ਪੂਜਾ ਕਰਦੇ ਹੋਏ ਵੱਡੇ ਹੋਏ ਸਨ, ਜੋ ਮਨੁੱਖੀ ਜੀਵਨ ਦੇ ਵੱਖੋ ਵੱਖਰੇ ਖੇਤਰਾਂ ਤੇ ਰਾਜ ਕਰਦੇ ਸਨ, ਅਤੇ ਬਹੁਤ ਸਾਰੇ ਲੋਕਾਂ ਨੇ ਯਿਸੂ ਨੂੰ ਇੱਕ ਹੋਰ ਦੇਵਤੇ ਵਜੋਂ ਮੰਨ ਲਿਆ ਤਾਂ ਜੋ ਉਹ ਉਸ ਦੀ ਪੂਜਾ ਕਰ ਸਕਣ। ਯਹੂਦੀ ਮਸੀਹੀ ਭਾਈਚਾਰੇ ਵੱਲੋਂ ਇਹਨਾਂ ਗੈਰ ਯਹੂਦੀਆਂ ਉੱਤੇ ਦਬਾਅ ਪਾਇਆ ਗਿਆ ਕਿ ਉਹ ਤੁਰੇਤ ਦੇ ਸਾਰੇ ਕਾਨੂੰਨਾਂ ਦੀ ਪਾਲਣਾ ਕਰਦਿਆਂ ਮਸੀਹੀ ਪ੍ਰਤੀ ਆਪਣੇ ਵਚਨਬੱਧਤਾ ਨੂੰ ਪੂਰਾ ਕਰਨ। ਖਾਸਕਰ ਉਹ ਭੋਜਨ ਦੀਆਂ ਰੀਤਾਂ, ਪਵਿੱਤਰ ਦਿਨ ਮਨਾਉਣ ਅਤੇ ਸੁੰਨਤ ਕਰਾਉਣ ਬਾਰੇ ਗੱਲ ਕਰਦਾ ਹੈ। ਇਹ ਬਿਲਕੁਲ ਉਹੀ ਸਮੱਸਿਆ ਦੇ ਸਮਾਨ ਹੈ ਜੋ ਉਸਨੇ ਗਲਾਤੀਆਂ ਨੂੰ ਪੱਤਰੀ ਵਿੱਚ ਸੰਬੋਧਿਤ ਕੀਤੀ ਸੀ। ਪੌਲੁਸ ਲਈ ਇਹਨਾਂ ਵਿੱਚੋਂ ਕਿਸੇ ਵੀ ਪਰਤਾਵੇ ਵਿੱਚ ਪੈਣਾ ਇੱਕ ਸਮਝੌਤਾ ਹੈ। ਉਹ ਇਹ ਸਮਝਣ ਵਿੱਚ ਅਸਫਲ ਹਨ ਕਿ ਯਿਸੂ ਅਸਲ ਵਿੱਚ ਕੌਣ ਹੈ ਅਤੇ ਉਸਨੇ ਉਹਨਾਂ ਲਈ ਕੀ ਕੀਤਾ।
ਕੁਲਸੀਆਂ ਦੇ ਲੋਕ ਆਤਮਿਕ ਸ਼ਕਤੀਆਂ ਦੇ ਡਰ ਹੇਠ ਜਿਉਂਦੇ ਸਨ, ਜਿਵੇਂ ਕਿ ਪੌਲੁਸ ਉਹਨਾਂ ਨੂੰ ਦੁਸ਼ਟ ਆਤਮਾਵਾਂ ਦੱਸਦਾ ਹੈ। ਪਰ ਯਿਸੂ ਨੇ ਇਹਨਾਂ ਉੱਤੇ ਜਿੱਤ ਪ੍ਰਾਪਤ ਕੀਤੀ। ਆਪਣੀ ਮੌਤ ਅਤੇ ਜੀ ਉੱਠਣ ਦੇ ਜ਼ਰੀਏ ਉਸਨੇ ਕੁਲਸੀਆਂ ਦੇ ਲੋਕਾਂ ਨੂੰ ਉਹਨਾਂ ਦੇ ਪ੍ਰਤੀ ਕਿਸੇ ਵੀ ਤਰ੍ਹਾਂ ਦੀ ਜ਼ਿੰਮੇਵਾਰੀ ਤੋਂ ਮੁਕਤ ਕਰ ਦਿੱਤਾ। ਇਸੇ ਤਰ੍ਹਾਂ ਯਿਸੂ ਨੇ ਸਾਡੇ ਲਈ ਤੁਰੇਤ ਦੇ ਸਾਰੇ ਨਿਯਮਾਂ ਨੂੰ ਪੂਰਾ ਕੀਤਾ, ਜਿਸ ਵਿੱਚ ਸਵਾਰਥੀ ਦਿਲ ਨੂੰ ਬਦਲਣ ਦੀ ਸ਼ਕਤੀ ਨਹੀਂ ਸੀ। ਅਤੇ ਇਸ ਲਈ ਯਿਸੂ ਨੇ ਜੋ ਕੁਝ ਉਸ ਦੀ ਜ਼ਿੰਦਗੀ ਅਤੇ ਮੌਤ ਅਤੇ ਜੀ ਉੱਠਣ ਨਾਲ ਕੀਤਾ, ਉਸ ਵਿੱਚ ਕੁਝ ਵੀ ਕਮੀ ਨਹੀਂ ਹੈ। ਇਸ ਵਿੱਚ ਭਵਿਸ਼ਤਾ ਦੀ ਪਾਲਣਾ ਕਰਨ ਦੀ ਲੋੜ ਨੂੰ ਜੋੜਨ ਦੀ ਜ਼ਰੂਰਤ ਨਹੀਂ ਹੈ। ਯਿਸੂ ਹੀ ਉਹ ਸੱਚਾਈ ਹੈ ਜਿਸ ਵੱਲ ਤੁਰੇਤ ਦੇ ਸਾਰੇ ਨਿਯਮ ਇਸ਼ਾਰਾ ਕਰ ਰਹੇ ਸਨ। ਭਵਿਸ਼ਤਾ ਦੀ ਬਜਾਏ ਯਿਸੂ ਦੇ ਚੇਲਿਆਂ ਕੋਲ ਉਹਨਾਂ ਨੂੰ ਬਦਲਣ ਲਈ ਉਸ ਦੇ ਜੀ ਉਠਾਏ ਜਾਣ ਦੀ ਸ਼ਕਤੀ ਹੈ। ਇਹ ਇਸੇ ਗੱਲ ਦਾ ਅੱਗੇ ਵਰਣਨ ਕਰਦਾ ਹੈ। ਯਿਸੂ ਦੇ ਪਿੱਛੇ ਚੱਲਣ ਦਾ ਅਰਥ ਹੈ ਉਸ ਦੀ ਨਵੀਂ ਮਨੁੱਖਤਾ ਵਿੱਚ ਸ਼ਾਮਿਲ ਹੋਣਾ, ਕਿਉਂਕਿ ਉਹਨਾਂ ਦੇ ਜੀਵਨ ਹੁਣ ਯਿਸੂ ਦੇ ਜੀ ਉੱਠੇ ਜੀਵਨ ਵਿੱਚ ਸ਼ਾਮਿਲ ਹੋ ਗਏ ਹਨ। ਅਤੇ ਇਹੀ ਕਾਰਨ ਹੈ ਕਿ ਪੌਲੁਸ ਨੇ ਕੁਲਸੀਆਂ ਨੂੰ ਚੁਣੌਤੀ ਦਿੱਤੀ ਕਿ ਉਹ ਉਤਾਹਾਂ ਦੀਆਂ ਗੱਲਾਂ ਉੱਤੇ ਆਪਣਾ ਧਿਆਨ ਲਾਉਣ, ਜਿੱਥੇ ਮਸੀਹ ਬੈਠਾ ਹੈ ਜਾਂ ਪਰਮੇਸ਼ਵਰ ਦੇ ਸੱਜੇ ਹੱਥ ਰਾਜ ਕਰਦਾ ਹੈ। ਹੁਣ ਇੱਥੇ ਪੌਲੁਸ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਹੁਣ ਇਸ ਗੱਲ ਬਾਰੇ ਸੋਚੋ ਕਿ ਇੱਕ ਦਿਨ ਧਰਤੀ ਨੂੰ ਛੱਡ ਕੇ ਸਵਰਗ ਵਿੱਚ ਕਿਵੇਂ ਜਾਓਗੇ। ਇਸ ਦੀ ਬਜਾਏ ਸਵਰਗ ਇੱਕ ਅਜਿਹਾ ਸ੍ਰੇਸ਼ਟ ਸਥਾਨ ਹੈ ਜਿੱਥੋਂ ਯਿਸੂ ਹੁਣ ਸਾਰੀ ਸ੍ਰਿਸ਼ਟੀ ਉੱਤੇ ਰਾਜ ਕਰਦਾ ਹੈ ਅਤੇ ਉੱਥੋਂ ਇੱਕ ਦਿਨ ਇੱਥੇ ਸਭ ਕੁਝ ਬਦਲਣ ਲਈ ਵਾਪਸ ਆਵੇਗਾ। ਜਾਂ ਜਿਵੇਂ ਪੌਲੁਸ ਕਹਿੰਦਾ ਹੈ, ਜਦੋਂ ਮਸੀਹ ਜਿਹੜਾ ਤੁਹਾਡਾ ਜੀਵਨ ਹੈ ਪ੍ਰਗਟ ਹੋਵੇਗਾ, ਤਦ ਤੁਸੀਂ ਵੀ ਪ੍ਰਤਾਪ ਵਿੱਚ ਉਸ ਦੇ ਨਾਲ ਪ੍ਰਗਟ ਹੋਵੋਗੇ। ਇਸ ਲਈ ਪੌਲੁਸ ਨੇ ਉਹਨਾਂ ਨੂੰ ਚੁਣੌਤੀ ਦਿੱਤੀ ਕਿ ਉਹ ਮੌਜੂਦਾ ਸਮੇਂ ਵਿੱਚ ਨਵੀਂ ਸ੍ਰਿਸ਼ਟੀ ਦੀ ਤਰ੍ਹਾਂ ਜਿਉਣ, ਜੋ ਉਹ ਇੱਕ ਦਿਨ ਹਕੀਕਤ ਵਿੱਚ ਹੋਣਗੇ। ਉਹ ਉਹਨਾਂ ਦੀ ਪੁਰਾਣੀ ਮਨੁੱਖਤਾ ਦੀ ਤਸਵੀਰ ਨੂੰ ਜਿਨਸੀ ਸਬੰਧਾਂ ਵਿੱਚ ਵਿਗਾੜ ਅਤੇ ਹਿੰਸਕ ਭਾਸ਼ਾ ਦੁਆਰਾ ਦਰਸਾ ਕੇ ਵਰਤਦਾ ਹੈ। ਮਸੀਹਾਂ ਲਈ ਪੁਰਾਣੀ ਮਨੁੱਖਤਾ ਯਿਸੂ ਨਾਲ ਮਰ ਗਈ ਅਤੇ ਉਸ ਦੀ ਜਗ੍ਹਾ ਉਸ ਦੀ ਆਪਣੀ ਨਵੀਂ ਮਨੁੱਖਤਾ ਨੇ ਜਨਮ ਲਿਆ, ਜੋ ਦਇਆ ਅਤੇ ਖੁੱਲ੍ਹਦਿਲੀ ਦੁਆਰਾ ਮਾਫੀ ਅਤੇ ਪਿਆਰ ਦੁਆਰਾ ਦਰਸਾਈ ਗਈ ਹੈ। ਪੌਲੁਸ ਦੇ ਸ਼ਬਦਾਂ ਵਿੱਚ ਇਹ ਮਨੁੱਖਤਾ ਸਾਡੀ ਦੁਨੀਆ ਦੀ ਨਸਲੀ ਅਤੇ ਸਮਾਜਿਕ ਸੀਮਾ ਤੋਂ ਪਾਰ ਹੈ। ਇੱਕ ਅਜਿਹਾ ਸਮਾਜ ਜਿੱਥੇ ਹੁਣ ਕੋਈ ਵੀ ਯੂਨਾਨੀ ਜਾਂ ਯਹੂਦੀ, ਸੁੰਤੀ ਜਾਂ ਅਸੁੰਤੀ, ਗੁਲਾਮ ਜਾਂ ਆਜ਼ਾਦ ਨਹੀਂ, ਪਰ ਮਸੀਹ ਸਭੋ ਕੁਝ ਅਤੇ ਸਭਨਾਂ ਵਿੱਚ ਹੈ। ਪੌਲੁਸ ਫਿਰ ਵਿਹਾਰਿਕ ਗੱਲ ਕਰਦਾ ਹੈ। ਉਹ ਕੁਲਸੀਆਂ ਨੂੰ ਦਿਖਾਉਂਦਾ ਹੈ ਕਿ ਪਹਿਲੀ ਸਦੀ ਦੇ ਰੋਮੀ ਘਰਾਣਿਆਂ ਵਿੱਚ ਇਹ ਨਵੀਂ ਮਨੁੱਖਤਾ ਕਿਵੇਂ ਦਿਖਾਈ ਦੇ ਸਕਦੀ ਹੈ, ਜੋ ਕਿ ਇੱਕ ਵੱਡੀ ਤਾਨਾਸ਼ਾਹੀ ਸੰਸਥਾ ਸੀ, ਜਿੱਥੇ ਪੁਰਸ਼ ਕੁਲਪਤੀ ਆਪਣੀ ਪਤਨੀ ਅਤੇ ਬੱਚਿਆਂ ਅਤੇ ਗੁਲਾਮਾਂ ਉੱਤੇ ਜ਼ਿੰਦਗੀ ਅਤੇ ਮੌਤ ਦੀ ਤਾਕਤ ਰੱਖਦਾ ਸੀ। ਇੱਕ ਮਸੀਹੀ ਘਰਾਣੇ ਵਿੱਚ ਅਜਿਹਾ ਨਹੀਂ ਹੁੰਦਾ। ਇੱਥੇ ਜੀ ਉੱਠਿਆ ਯਿਸੂ ਹੀ ਸੱਚਾ ਪ੍ਰਭੂ ਹੈ ਅਤੇ ਇਸ ਲਈ ਪ੍ਰਭੂ ਵਿੱਚ ਪਤਨੀ ਆਪਣੇ ਪਤੀ ਨੂੰ ਉਸ ਲਈ ਜ਼ਿੰਮੇਵਾਰ ਬਣਨ ਦੀ ਆਗਿਆ ਦਿੰਦੀ ਹੈ ਅਤੇ ਪਤੀ ਆਪਣੀ ਪਤਨੀ ਨਾਲ ਪਿਆਰ ਕਰਕੇ ਅਤੇ ਆਪਣੀ ਮਰਜ਼ੀ ਨਾਲੋਂ ਉਸ ਦੀ ਮਰਜ਼ੀ ਨੂੰ ਉੱਚਾ ਰੱਖ ਕੇ ਯਿਸੂ ਦੇ ਅਧੀਨ ਹੈ। ਅਜਿਹੇ ਘਰ ਵਿੱਚ ਜਿੱਥੇ ਯਿਸੂ ਪ੍ਰਭੂ ਹੈ, ਬੱਚੇ ਵਸਤੂਆਂ ਨਹੀਂ ਹਨ, ਪਰ ਪਰਿਪੱਕਤਾ ਅਤੇ ਸਤਿਕਾਰ ਲਈ ਬੁਲਾਏ ਗਏ ਹਨ। ਅਤੇ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਸਬਰ ਅਤੇ ਸਮਝਦਾਰੀ ਨਾਲ ਪਾਲਣ ਕਰਨਾ ਚਾਹੀਦਾ ਹੈ। ਜਿਹੜੇ ਮਸੀਹੀ ਦਾਸ ਹਨ, ਉਹਨਾਂ ਨੂੰ ਆਪਣੇ ਮਾਲਕਾਂ ਦਾ ਵਧੇਰੇ ਆਦਰ ਕਰਨਾ ਚਾਹੀਦਾ ਹੈ, ਕਿਉਂਕਿ ਉਹ ਅਸਲ ਮਾਲਕ ਨਹੀਂ, ਪਰ ਯਿਸੂ ਅਸਲ ਮਾਲਕ ਹੈ। ਅਤੇ ਜਿਨ੍ਹਾਂ ਮਸੀਹਾਂ ਕੋਲ ਦਾਸ ਹਨ, ਉਹਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਦਾਸ ਉਹਨਾਂ ਦੀ ਸੰਪਤੀ ਨਹੀਂ ਹੈ, ਬਲਕਿ ਯਿਸੂ ਦੀ ਦੇਹੀ ਦਾ ਇੱਕ ਅੰਗ ਹਨ, ਜਿਸ ਦਾ ਆਦਰ ਕੀਤਾ ਜਾਣਾ ਚਾਹੀਦਾ ਹੈ ਅਤੇ ਪਿਆਰ ਨਾਲ ਗਲੇ ਲਗਾਇਆ ਜਾਣਾ ਚਾਹੀਦਾ ਹੈ। ਪੌਲੁਸ ਇੱਥੇ ਇੱਕ ਬਹੁਤ ਹੀ ਸਪਸ਼ਟ ਗੱਲ ਕਰ ਰਿਹਾ ਹੈ। ਉਹ ਯਿਸੂ ਦੇ ਅਨੁਸਾਰ ਸਭ ਤੋਂ ਬੁਨਿਆਦੀ ਰੋਮੀ ਸੰਸਥਾ ਨੂੰ ਨਵਾਂ ਆਕਾਰ ਦੇ ਰਿਹਾ ਹੈ, ਜੋ ਬਲੀਦਾਨ ਕਰਨ ਵਾਲੇ ਪਿਆਰ ਨਾਲ ਰਾਜ ਕਰਦਾ ਹੈ। ਇਸ ਲਈ ਉਹ ਰੋਮੀ ਘਰਾਣੇ ਦੇ ਢਾਂਚੇ ਨੂੰ ਬਿਲਕੁਲ ਖਤਮ ਨਹੀਂ ਕਰਦਾ, ਪਰ ਉੱਤਮ ਮਸੀਹ ਮੰਗ ਕਰਦਾ ਹੈ ਕਿ ਇਸ ਨੂੰ ਬਦਲਿਆ ਜਾਵੇ। ਕੁਲਸੀਆਂ ਵਿੱਚ ਰਹਿਣ ਵਾਲੇ ਕਿਸੇ ਵੀ ਰੋਮੀ ਮਾਨਤਾ ਦੀ ਗੱਲ ਤੋਂ ਬਾਹਰ ਹੈ। ਤੁਸੀਂ ਪੱਤਰੀ ਦੇ ਸਮਾਪਨ ਤੇ ਇਹ ਸਭ ਤੋਂ ਸਪਸ਼ਟ ਵੇਖ ਸਕਦੇ ਹੋ। ਪ੍ਰਾਰਥਨਾ ਲਈ ਬੇਨਤੀ ਕਰਨ ਤੋਂ ਬਾਅਦ ਪੌਲੁਸ ਨੇ ਮਸੀਹੀ ਮਾਲਕਾਂ ਅਤੇ ਦਾਸਾਂ ਲਈ ਇਸ ਤਰ੍ਹਾਂ ਦੇ ਨਿਰਦੇਸ਼ਾਂ ਨੂੰ ਲਾਗੂ ਕੀਤਾ। ਅਸੀਂ ਜਾਣਦੇ ਹਾਂ ਕਿ ਤੁਖਿਕੁਸ ਹੀ ਹੈ ਜੋ ਇਸ ਪੱਤਰੀ ਨੂੰ ਕੁਲਸੀਆਂ ਦੇ ਲੋਕਾਂ ਦੇ ਕੋਲ ਲੈ ਗਿਆ ਅਤੇ ਪੜ੍ਹ ਰਿਹਾ ਸੀ, ਅਤੇ ਉਸ ਦੇ ਨਾਲ ਓਨੇਸਿਮੁਸ ਵੀ ਸੀ, ਜੋ ਪਹਿਲਾਂ ਫਿਲੇਮੋਨ ਦੇ ਇੱਕ ਕੁਲਸੀਆ ਦੇ ਮਸੀਹ ਦਾ ਗੁਲਾਮ ਸੀ। ਸਾਨੂੰ ਫਿਲੇਮੋਨ ਨੂੰ ਸੰਬੋਧਿਤ ਇੱਕ ਹੋਰ ਪੱਤਰੀ ਤੋਂ ਪਤਾ ਚੱਲਦਾ ਹੈ ਕਿ ਓਨੇਸਿਮੁਸ ਆਪਣੇ ਮਾਲਕ ਤੋਂ ਦੌੜ ਗਿਆ ਸੀ। ਇਹ ਇੱਕ ਕੈਦ ਦੀ ਸਜ਼ਾ ਦੇ ਲਾਇਕ ਜੁਰਮ ਸੀ, ਪਰ ਪੌਲੁਸ ਨੇ ਸਾਰੀ ਕਲੀਸਿਆ ਨੂੰ ਕਿਹਾ ਕਿ ਉਹ ਓਨੇਸਿਮੁਸ ਨੂੰ ਪ੍ਰਭੂ ਵਿੱਚ ਇੱਕ ਵਫਾਦਾਰ ਅਤੇ ਪਿਆਰੇ ਭਰਾ ਵਜੋਂ ਸ਼ੁਭ ਕਾਮਨਾਵਾਂ ਦੇਣ। ਅਤੇ ਫਿਰ ਫਿਲੇਮੋਨ ਨੂੰ ਲਿਖੀ ਪੱਤਰੀ ਵਿੱਚ ਪੌਲੁਸ ਨੇ ਆਖਿਆ ਕਿ ਓਨੇਸਿਮੁਸ ਨੂੰ ਗੁਲਾਮ ਵਜੋਂ ਨਹੀਂ, ਸਗੋਂ ਇੱਕ ਭਰਾ ਵਜੋਂ ਸਵੀਕਾਰ ਕਰਨਾ ਚਾਹੀਦਾ ਹੈ। ਇੱਕ ਖਾਸ ਗੱਲ ਨਾਲ ਉਹ ਪੱਤਰੀ ਦਾ ਸਮਾਪਨ ਕਰਦਾ ਹੈ। ਇਸ ਲਈ ਕੁਲਸੀਆਂ ਨੂੰ ਲਿਖੀ ਪੱਤਰੀ ਵਿੱਚ ਪੌਲੁਸ ਸਾਨੂੰ ਇਹ ਵੇਖਣ ਲਈ ਬੁਲਾ ਰਿਹਾ ਹੈ ਕਿ ਮਨੁੱਖੀ ਹੋਂਦ ਦਾ ਕੋਈ ਵੀ ਹਿੱਸਾ ਜੀ ਉੱਠੇ ਯਿਸੂ ਦੇ ਪਿਆਰ ਅਤੇ ਛੁਟਕਾਰੇ ਦੇ ਕੰਮ ਤੋਂ ਵਾਂਝਾ ਨਹੀਂ ਰਹਿ ਸਕਦਾ। ਸਾਡਾ ਦੁੱਖ ਸਮਝੌਤਾ ਕਰਨ ਦਾ ਸਾਡੇ ਪਰਤਾਵੇ, ਸਾਡਾ ਨੈਤਿਕ ਚਰਿੱਤਰ, ਸਾਡੇ ਘਰਾਂ ਵਿੱਚ ਅਧਿਕਾਰ, ਇਸ ਸਭ ਨੂੰ ਦੁਬਾਰਾ ਵੇਖਣਾ ਅਤੇ ਬਦਲਣਾ ਚਾਹੀਦਾ ਹੈ। ਸਾਨੂੰ ਵਰਤਮਾਨ ਵਿੱਚ ਜੀਉਣ ਲਈ ਸੱਦਾ ਦਿੱਤਾ ਗਿਆ ਹੈ,
ਜਿਵੇਂ ਜਦ ਯਿਸੂ ਮੁਰਦਿਆਂ ਵਿੱਚੋਂ ਜੀ ਉੱਠਿਆ ਅਤੇ ਨਵੀਂ ਸ੍ਰਿਸ਼ਟੀ ਅਸਲ ਵਿੱਚ ਆ ਗਈ ਹੈ। ਕੁਲਸੀਆਂ ਦੀ ਪੱਤਰੀ ਇਸੇ ਸਭ ਦੇ ਬਾਰੇ ਹੈ।